ਅੱਜ ਦੇ ਵਚਨ ਦਾ ਟਾਈਟਲ ਆ ਸਾਡਾ ਧਿਆਨ ਕਿੱਧਰ ਆ, ਵੇਅਰ ਇਜ਼ ਆਵਰ ਫੋਕਸ। ਸਾਡਾ ਧਿਆਨ ਕਿੱਧਰ ਆ? ਅੱਜ ਬਸ ਇਹੀ ਗੱਲ ਦੇ ਉੱਪਰ ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ। ਸਾਡਾ ਧਿਆਨ ਕਿੱਧਰ ਆ? ਖੁਦਾ ਦੀ ਹਜ਼ੂਰੀ ਦੇ ਵਿੱਚ ਆ ਕੇ ਵੀ ਸਾਡਾ ਧਿਆਨ ਖੁਦਾ ਵੱਲ ਹੈਗਾ ਜਾਂ ਕਿ ਨਹੀਂ ਹੈਗਾ? ਸ਼ੈਤਾਨ ਸਾਡਾ ਧਿਆਨ ਹਟਾਉਣ ਦੀ ਕੋਸ਼ਿਸ਼ ਕਰਦਾ, ਸਾਈਡ ਤੇ ਲੈ ਕੇ ਜਾਣ ਦੀ ਕੋਸ਼ਿਸ਼ ਕਰਦਾ, ਇੱਧਰ ਉੱਧਰ ਲੈ ਕੇ ਜਾਣ ਦੀ ਕੋਸ਼ਿਸ਼ ਕਰਦਾ ਆ। ਅੱਜ ਬਸ ਉਹੀ ਗੱਲਾਂ ਦੇ ਉੱਪਰ ਮੈਂ ਤੁਹਾਡਾ ਗੌਰ ਕਰਨਾ। ਜੇ ਧਿਆਨ ਖੁਦਾਵੰਦ ਦੇ ਵੱਲ ਆ ਤਾਂ ਫਿਰ ਕੀ ਹੁੰਦਾ? ਜੇ ਇੱਕ ਮਨ ਹੀ ਉਹਦੇ ਨਾਲ ਫਿਰ ਕੀ ਹੁੰਦਾ? ਤਿੰਨ ਕੁ ਵਰਸਾਂ ਪੜਾਉਣੀਆਂ ਬਸ ਮੈਂ ਤੁਹਾਨੂੰ। ਆ ਜਾਓ ਮੇਰੇ ਨਾਲ ਪਰਮੇਸ਼ਵਰ ਦੇ ਪਵਿੱਤਰ ਕਲਾਮ ਦੇ ਵਿੱਚ ਰਸੂਲਾਂ ਦੇ ਕਰਤੱਵ ਉਹਦਾ 14 ਨੰਬਰ ਅਧਿਆਇ। ਬੰਦਾ ਡਿੱਗਦਾ ਪਤਾ ਕਦੋਂ ਆ? ਪਵਿੱਤਰਤਾਈ ਦੇ ਵਿੱਚ, ਖੁਦਾਵੰਦ ਦੇ ਨਾਲ ਵਫਾਦਾਰੀ ਦੇ ਵਿੱਚ, ਚਰਚ ਲਗਾਤਾਰ ਆਉਣ ਦੇ ਵਿੱਚ ਡਿੱਗਦਾ ਕਦੋਂ ਆ? ਜਦੋਂ ਉਹਦਾ ਧਿਆਨ ਹਟਦਾ। ਜਦੋਂ ਉਹਦਾ ਧਿਆਨ ਹਟਦਾ ਆ, ਉਹਦਾ ਫੋਕਸ ਜਿਹੜਾ ਆ ਚੇਂਜ ਹੁੰਦਾ ਆ, ਉਦੋਂ ਡਿੱਗਦਾ ਆ, ਉਦੋਂ ਕਮਜ਼ੋਰ ਹੁੰਦਾ ਆ। ਸ਼ੈਤਾਨ ਅਕਲ ਦੇ ਪਰਦਾ ਪਾ ਦਿੰਦਾ, ਫਿਰ ਉਹਨੂੰ ਪਤਾ ਨਹੀਂ ਲੱਗਦਾ ਉਹ ਕਰ ਕੀ ਰਿਹਾ। ਉਹ ਜਦੋਂ ਕਰ ਬੈਠਦਾ ਆ ਫਿਰ ਹੋਸ਼ ਆਉਂਦੀ ਆ, ਕੀ ਕਰ ਬੈਠਾ ਮੈਂ, ਇਹ ਮੇਰੇ ਕੋਲੋਂ ਕੀ ਹੋ ਗਿਆ ਆ। ਇਹ ਉਦੋਂ ਹੁੰਦਾ ਜਦੋਂ ਸਾਡਾ ਫੋਕਸ ਬਾਈਬਲ ਤੋਂ ਹਟਦਾ, ਖੁਦਾਵੰਦ ਦੀ ਹਜ਼ੂਰੀ ਤੋਂ ਹਟਦਾ, ਖੁਦਾਵੰਦ ਦੇ ਅਭਿਸ਼ੇਕ ਤੋਂ ਹਟਦਾ, ਖੁਦਾਵੰਦ ਦੇ ਵੱਲ ਸਾਡੀਆਂ ਜਦੋਂ ਅੱਖਾਂ ਹਟਦੀਆਂ ਆ, ਧਿਆਨ ਹਟਦਾ ਆ, ਉਦੋਂ ਇਹ ਚੀਜ਼ ਇੱਕ ਪੁਰਾਣੀ ਦੇ ਨਾਲ ਹੁੰਦੀ ਆ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਬਾਈਬਲ ਦੇ ਵਿੱਚ ਜ਼ਿਕਰ ਆਉਂਦਾ ਹੈ, ਮੈਂ ਟਾਈਟਲ ਸਮਝਾ ਦਿਆਂ ਤੁਹਾਨੂੰ, ਫਿਰ ਕਲਾਮ ਦੱਸਦਾ ਹਾਂ। ਬਾਈਬਲ 'ਚ ਜ਼ਿਕਰ ਆਉਂਦਾ ਇੱਕ ਸਮਸੂਨ ਨਾਮ ਦਾ ਬੰਦਾ ਸੀਗਾ। ਕੀ ਨਾਮ ਸੀਗਾ ਉਹਦਾ? ਸਮਸੂਨ। ਰੱਬ ਦੇ ਵੱਲ ਧਿਆਨ ਹੁੰਦਾ, ਬੜਾ ਵਧੀਆ। ਔਰ ਬਾਈਬਲ ਕਹਿੰਦਾ ਖੁਦਾਵੰਦ ਨੇ ਉਹਦੇ ਮਾਤਾ ਪਿਤਾ ਨੂੰ ਆਵਾਜ਼ ਦੇ ਕੇ ਕਿਹਾ ਸੀਗਾ ਕਿ ਇਹ ਬੇਟਾ ਨਿਆਰਾ ਕੀਤਾ ਹੋਇਆ ਹੈ। ਕੀ ਆ? ਨਿਆਰਾ ਕੀਤਾ ਹੋਇਆ, ਇਹਦੇ ਸਿਰ ਤੇ ਉਸ ਤਰ੍ਹਾਂ ਨਹੀਂ ਲੱਗਣਾ ਚਾਹੀਦਾ। ਔਰ ਬਾਈਬਲ ਕਹਿੰਦਾ ਉਹਦੇ ਬਾਲ ਜਿੱਦਾਂ ਜਿੱਦਾਂ ਵੱਡੇ ਹੁੰਦੇ ਗਏ ਉਹ ਤਾਕਤਵਰ ਹੁੰਦਾ ਗਿਆ। ਇਕਲੌਤਾ ਬੰਦਾ ਹਜ਼ਾਰਾਂ ਹੀ ਬੰਦਿਆਂ ਨੂੰ ਮਾਰ ਦਿੰਦਾ ਸੀਗਾ। ਖੁਦਾਵੰਦ ਦਾ ਅਭਿਸ਼ੇਕ ਜਦੋਂ ਉਹਦੇ ਉੱਪਰ ਆਉਂਦਾ ਸੀਗਾ। ਔਰ ਕੀ ਹੋਇਆ? ਜਦੋਂ ਧਿਆਨ ਰੱਬ ਵੱਲ, ਜਦੋਂ ਖੁਦਾ ਨੂੰ ਪੁਕਾਰਨਾ, ਖੁਦਾ ਨੇ ਅਭਿਸ਼ੇਕ ਦੇਣਾ, ਉਤਾਰਨਾ ਉਹਦੇ ਉੱਪਰ, ਔਰ ਉਹਨੇ ਹਜ਼ਾਰਾਂ ਹੀ ਲੋਕਾਂ ਨੂੰ ਮਾਰ ਦੇਣਾ, ਵੈਰੀਆਂ ਨੂੰ ਆਪਣੇ। ਬਸ ਜਿੱਦਾਂ ਹੀ ਧਿਆਨ ਹਟਿਆ, ਇੱਕ ਔਰਤ ਦੇ ਪਿਆਰ ਦੇ ਵਿੱਚ ਪੈ ਗਿਆ, ਜਿਹਦਾ ਨਾਮ ਕੀ ਸੀਗਾ? ਕੀ ਸੀਗਾ? ਕੀ ਸੀਗਾ? ਮੈਂ ਤਾਂ ਪੁੱਛਦਾ, ਪਤਾ ਹੋਣਾ ਚਾਹੀਦਾ ਜਵਾਨਾਂ ਨੂੰ। ਕੀ ਨਾਮ ਸੀਗਾ? ਦਲੀਲਾ। ਉਹਦੇ ਪਿਆਰ ਦੇ ਜਾਲ ਦੇ ਵਿੱਚ ਫਸ ਗਿਆ, ਉਹਦਾ ਧਿਆਨ ਜਿਹੜਾ ਹਟ ਗਿਆ। ਔਰ ਬਾਈਬਲ ਕਹਿੰਦਾ ਉਸ ਔਰਤ ਨੇ ਸਮਸੂਨ ਦੇ ਵੈਰੀਆਂ ਦੇ ਨਾਲ ਸੁਲ੍ਹਾ ਸਫਾਈ ਕਰ ਲਈ, ਪੈਸਿਆਂ ਦੇ ਕਰਕੇ। ਪੈਸਿਆਂ ਦਾ ਲਾਲਚ ਉਹਦੇ ਵੈਰੀਆਂ ਨੇ ਦਲੀਲਾ ਨੂੰ ਦਿੱਤਾ ਕਿ ਇਹਦੀ ਸ਼ਕਤੀ ਦਾ ਰਾਜ ਦੱਸ ਸਾਨੂੰ, ਤੇ ਇਹਨੂੰ ਅਸੀਂ ਫੜ ਲਈਏ। ਬੜੀ ਕੋਸ਼ਿਸ਼ ਕੀਤੀ ਉਹਨਾਂ ਨੇ ਸਮਸੂਨ ਨੂੰ ਫੜਨ ਦੀ, ਲੇਕਿਨ ਫੜ ਨਹੀਂ ਪਾਈ। ਪਰ ਸ਼ੈਤਾਨ ਕਿੱਦਾਂ ਫਸਲਾਉਂਦਾ। ਖੁਦਾ ਨੇ ਚਾਹਿਆ ਨਾ ਮੈਂ ਇਹਦੇ ਉੱਪਰ ਕਲਾਮ ਕਰਾਂਗਾ। ਬੜਾ ਫਸਲਾਇਆ ਔਰਤ ਦੇ ਵਿੱਚ। ਜਦੋਂ ਉਹਨੇ ਸੱਚ ਦੱਸਿਆ ਨਹੀਂ ਨਾ, ਆਪਣੀ ਸ਼ਕਤੀ ਦਾ ਰਾਜ ਦੱਸਿਆ ਨਹੀਂ, ਪਰ ਕਹਿੰਦੇ ਤੂੰ ਮੈਨੂੰ ਪਿਆਰ ਨਹੀਂ ਕਰਦਾ, ਡਰਾਮੇ ਕਰਦਾ, ਤੂੰ ਬੇਵਫਾ ਹੈ, ਇਮੋਸ਼ਨਲ ਕਰਨਾ ਸ਼ੁਰੂ ਕਰਦਾ, ਹੰਝੂ ਬਹਾ ਕੇ। ਬੰਦਾ ਪਿਘਲ ਗਿਆ, ਉਹ ਬੰਦਾ ਵਿਚਾਰਾ ਪਿਘਲ ਗਿਆ। ਉਹਨੇ ਫਿਰ ਦੱਸ ਦਿੱਤਾ, ਕਹਿੰਦਾ ਵੀ ਬਚਪਨ ਤੋਂ ਮੇਰੇ ਸਿਰ ਤੇ ਉਸ ਤਰ੍ਹਾਂ ਨਹੀਂ ਲੱਗਾ, ਤੇ ਮੇਰੇ ਵਾਲਾਂ ਦੇ ਵਿੱਚ ਮੇਰੀ ਤਾਕਤ ਆ। ਉਹਦੇ ਵੱਟ ਤੇ ਸਿਰ ਰੱਖ ਕੇ ਸੋ ਗਿਆ। ਪਿਆਰ ਜੋ ਕਰਦਾ ਸੀ, ਫਸਿਆ ਜੋ ਪਿਆ ਸੀ। ਔਰ ਬਾਈਬਲ ਕਹਿੰਦਾ ਉਹਦੇ ਸੁੱਤੇ ਪਏ ਬਾਲ ਉਸ ਔਰਤ ਨੇ ਕੱਟ ਦਿੱਤੇ। ਉਹਦਾ ਜ਼ੋਰ ਚੱਲਦਾ ਰਿਹਾ, ਯਾਨੀ ਕਿ ਪਵਿੱਤਰ ਆਤਮਾ ਉਹ ਤੋਂ ਅਲੱਗ ਹੋ ਗਿਆ, ਖਾਲੀ ਹੋ ਗਿਆ। ਔਰ ਜਦੋਂ ਵੈਰੀਆਂ ਨੂੰ ਉਹਨੇ ਆਵਾਜ਼ ਦੇ ਦਿੱਤੀ ਕਿ ਹਾਂਜੀ ਕੰਮ ਹੋ ਗਿਆ ਹੈ, ਦਲੀਲਾ ਕਹਿੰਦੀ ਆ ਜਾਓ ਫੜ ਲਓ ਉਹਨੂੰ।
और जिद्दां ही वो फड़न आए तो समझो उन्होंने उठिया तो झपट्टा मारिया, उन्होंने मारन लगा तो कुछ भी नहीं होया। हजारां ही बंदियां ने मारन वाला 2-4 बंदियां ने उन्होंने फड़ लिया, बन लिया, उहदियां अखां फोड़ दित्तियां और उन्होंने कैद दे विच पा दित्ता। जदों ध्यान हटूगा उदों दुर्घटना वरतनी है तुहाडे नाल। हालेलुया। पतरस तद तक पानी के ऊपर चलता रहा जदों तक उसका ध्यान यीशु मसीह के वाल सीगा। जदों ही उसका ध्यान पौना के वाल गया, लहरां के वाल गया, उदों ही वो डुबना शुरू हो गया। अब्राहम ने जदों उन्होंने आवाज पाई खुदा दी, उन्हें उसदी खुदा दीयां गल्लां दे वाल ध्यान दिता और वड्डी बरकत पाई और धरती के ऊपर पहला बंदा होया जिन्हें खुदा दी आवाज नूं सुनिया और उदां ही चल गया। और बाइबल कहंदा ਉਹਦੇ भी बच्चा नहीं सीगा। 75 साल की उम्र सीगी अब्राहम की और बेबी ब्लैसिंग नहीं सी। थोड़ियां कमियां सीगियां अंदर झूठ बोलण दियां जां कुछ होर भी सीगियां बाइबल च लिखिया। ते खुदा ने उन्हें आवाज दी कि मैं तेनों पुत्र की आशीष देनी है, मैं तेनों इन्ने बच्चे देने आ कि कोई अगर आकाश के तारे गिन सकता तो तेरे बच्चों की गिनती भी कर सकता, या धरती के ऊपर कण गिन सकता मिट्टी च, तेरे बच्चों भी गिन सकता। इन्ने तेनों बच्चे देने। 75 साल की उम्र के वायदा दिता खुदा ने। कितना टाइम होया? बाइबल कहता स्पष्ट करता 100 साल की उम्र हो गई उसकी पर बच्चा मिलिया। कमियां सीगियां ना अंदर उन्होंने दूर कर दे। परफेक्शन दे विच आने के लिए टाइम चाहिए, टाइम लगता परफेक्शन दे विच आने। 100 साल की उम्र जो परफेक्शन दे विच आ गया और खुदा की आवाज उसके ऊपर आ गई और बच्चे की ब्लैसिंग मिल गई। 100 साल की उम्र के विच उन्होंने एक बेटा होया। उसकी वाइफ सारा तो सारा लगभग 90 साल की सी। बड़े हैरान से अद्भुत काम सीगा ये खुदा दा, क्योंकि उन्होंने औरतां वाली जिहड़ी जितों बच्चा पैदा होता या बच्चा बनता है वो खत्म हो गया सी। ਉਹਦੀ ਕੁੱਖ ਸੁੱਕ ਗਈ ਸੀ। ਹੱਸਣ ਲੱਗੀ ਜਦੋਂ ਦੂਤ ਨੇ ਆ ਕੇ ਕਿਹਾ, ਕਹਿੰਦੀ ਲੈ ਮੇਰੇ ਨਾਲ ਕਿੱਦਾਂ ਹੋ ਸਕਦਾ ਹੈ, ਇਹ ਤਾਂ ਪੋਸੀਬਲ ਹੀ ਨਹੀਂ ਆ। ਫਿਰ ਦੂਤ ਨੇ ਅਬਰਾਹਮ ਨੂੰ ਕਿਹਾ ਤੇਰੀ ਵਾਈਫ ਹੱਸੀ ਆ, ਵਿਸ਼ਵਾਸ ਕਰ। ਵਿਸ਼ਵਾਸ ਦੇ ਵਿੱਚ ਬਣੇ ਰਹੇ, ਖੁਦਾ ਦੀ ਆਵਾਜ਼ ਨੂੰ ਸੁਣਦੇ ਰਹੇ। ਔਰ ਸਾਰਾ ਲਗਭਗ 90 ਸਾਲਾਂ ਦੀ ਸੀਗੀ ਔਰ ਉਹਦਾ ਹਸਬੈਂਡ ਇਬਰਾਹਿਮ 100 ਸਾਲਾਂ ਦਾ ਸੀਗਾ ਜਦੋਂ ਇਸਹਾਕ ਦਾ ਜਨਮ। हालेलुया। ध्यान खुदा बंदे वाल लगा के रखना है। ध्यान किहदे वाल लगा के रखना? खुदा बंदे वाल। कदी डिगोगे नहीं, कदी कमजोर नहीं होगे। जदों संसारिक गल्लां दे वाल ध्यान जाऊगा, संसारिक प्यार दे वाल ध्यान जाऊगा, फिर खुदा दे नाल वो फिर रिश्ता रहता नहीं, वो प्यार रहता नहीं। दो बेड़ियां दे विच लत्तां रखण वाला बंदा पार नहीं लंघदा। एक इधर ते एक इधर, हां एक इधर हो जानी किसी ते एक इधर हो जानी ते की होना फिर बंदे ने डिग जाना ते डुब जाना ते मर जाना। हालेलुया हालेलुया हालेलुया। किन्ने समझ पाएगा? समझ आ गई है? इजराइली लोगों का ध्यान मूसा दी गल्लां दे वाल सीगा। कनान देश तक पहुंच के जेड़े मन्ने गल्लां और जेड़े नहीं मन्ने कुछ धरती ने खा लिया उन्होंने, यानी कि धरती अलग हो गई, विच डिग के मर गए। क्यों? क्योंकि उन्होंने ध्यान जिहड़ा आ मिस्र वालों जांदा सीगा, पिछाह नूं जांदा सीगा। और जिन्हां लोगों ने मूसा दी गल्लां दे उपर ध्यान दिता, मूसा दी आवाज दे उपर ध्यान दिता, रब दे काम जिहड़े उन्हां दी जिंदगियां च होए वो भुल्ले नहीं, वो कनान देश तक के बाइबल कहता। हालेलुया। और जिन्हां ने अपना ध्यान हटा लिया, जिन्हां ने अपना फोकस हटा लिया, जिन्हां ने अपना प्यार हटा लिया, वो रास्ते दे विच ही मारे गए। हालेलुया। बाइबल कहता 40 दिनां दा सफर सीगा, 40 साल च पूरा होया। थोड़ा उत्थे की घमेरियां कटी जानियां, साडी बरकत दे लई इन्ना लंबा समा नहीं है। लंबा समा पैंदा जदों असीं गलतियां करदे हां, जदों असीं परफेक्शन दे विच नहीं आंदे हां। सानू परफेक्शन दे विच आउण दी जरूरत है। जिस दिन परफेक्शन दे विच आ गए उसी दिन बरकत तुहाडी जिंदगी च आ जाणी। बोलो हालेलुया हालेलुया। किन्ने समझ पा रहे हैं? समझ आ रहा? मैं कलाम दे विच तुहानू लेके जाना चाहुंदा रसूलां दे करतब दा 14 नंबर अध्याय, ओदा 8 ਤੋਂ 10 नंबर पढ़ो।
तुसी सुनना बड़े ध्यान दे नाल। रसूलों के करतब ओदा 14 नंबर अध्याय ओदा 8 नंबर पंक्ति तो 10 नंबर पंक्ति तक असीं पढ़ते हैं, तुसीं सुनना बड़े ध्यान दे नाल। कोई पंजाबी अगर अच्छी पढ़ना जानता है तो मैनू ऑफिस से मिल लगे मीटिंग तो बाद, मैं मिलांगा उस पुरानी, चाहे वह भैन होवे ते चाहे भरा होवे, क्योंकि मैनू जरूरत है। मेरा जिहड़ा बाइबल रीड करता बच्चा वो थोड़ा उलझिया होया है चौंक के उपर, तो मैं चाहता हाँ भी कोई परसन अगर पंजाबी दे विच बाइबल अच्छी पढ़ना जानता है, चाहे वह भैन है तो चाहे भरा, तो मैनू मिले। हालेलुया। मेरा बहुत प्यारा बच्चा है जिहड़ा बाइबल पढ़ता है। अज किसी कारण के करके उलझ के आया काम दे उपर, और परमेश्वर उन्होंने इन्हां कामां को भी फ्री करे। प्यार मैं बहुत करदा बच्चों, मैं बड़ा फिक्र करदा है टीम वाले बच्चों का, तो जो ये मैनू प्यार नहीं ना करते फिर मैनू थोड़ा दुख होता। करते हैं प्यार, करते हैं थोड़ा थोड़ा। हालेलुया। चलते हैं परमेश्वर के कलाम दे विच। समा इजाजत नहीं देता थोड़ियां शरारतां करन दा, खुदा ने चाहया फिर करांगे। रसूलां दे करतब ओदा 14 नंबर अध्याय ओदा 8 नंबर पंक्ति तो पढ़दा है मैं, तुसीं सुनना बड़े ध्यान दे नाल। कहंदे लुस्त्रा दे विच एक मनुख पैरां तो निर्बल सीगा, यानी कि पैरां तो चल नहीं सकदा सीगा, अपाहज सीगा, जमांदरू लंगड़ा सीगा, यानी कि कदी धरती ते कदम रखे ही नहीं। मैं ध्यान की गल करदा हां, ध्यान दे नाल सुनन दे नाल की हुंदा? खुदा दीयां गल्लां, खुदा दी आवाज, पास्टर दी आवाज। बाइबल कहता जिहड़ा पास्टर दी सुनदा, यीशु मसीह कहंदे ओ मेरी सुनदा, जिहड़ा मेरी सुनदा ओ पिता परमेश्वर दी सुनदा। ते बाइबल अगे कहता जिहड़ा पास्टर दी नहीं सुनदा ओ यीशु मसीह दी नहीं सुनदा, जिहड़ा यीशु मसीह दी नहीं सुनदा ओ यहोवा परमेश्वर दी भी नहीं सुनदा। किने समझ पाए? हालेलुया, 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 हालेलुया। लिखिया लुस्त्रा दे विच एक मनुख सीगा जिहड़ा पैरां तो निर्बल सी, जिहड़ा जमांदरू लंगड़ा सीगा और कदे नहीं सी तुरिया। उसने पौलुस नूं गल्लां करदे सुनिया। किहड़ियां गल्लां? खट्टियां बैठियां जिहड़ियां आपां करदे। हां, मैं कलीसिया नाल गल करदा। किहड़ियां गल्लां करदे सुनिया? रब दीयां गल्लां, बाइबल दीयां गल्लां प्रचार करदे, वचन दे भेदां नूं खोलण दीयां गल्लां करदे सुनिया। और असीं किद्दां सुनदे हां और इस बंदे ने किद्दां सुनिया आ? ध्यान देना जरा। बाइबल कहता उस प्राणी ने पौलुस नूं गल्लां करदे सुनिया। इसने ओदी वल ध्यान करके जां वेखिया भई इहदे विच चंगा होण दी निश्चा है। पौलुस गल्लां करदे करदे उस प्राणी दी अखां 'च अखां पै गईयां और पौलुस कहता इस बंदे दे अंदर चंगे होण दी निश्चा है, बरकत लैण दा विश्वास है कहंदे दे अंदर, जिस हिसाब दे नाल सुनदा पिया। हालेलुया, हालेलुया। मैं अंदाजा लगा लेना हुंदा बंदा धर्मिया कनी ओदी प्रार्थना तो पता लग जांदा, ओदे प्रार्थना दे शब्दां तो पता लग जांदा। और पौल तां फिर खुदा दे बहुत नजदीक सीगा और प्रचार करदा और रब दीयां गल्लां करदा और उस लंगड़े बंदे दे ध्यान देखण दिया कि ओदा वचन दे वल ध्यान किदां, गल्लां नूं ग्रहण किदां करदा पिया, ओदे मुंह चों निकलदियां और ओ रिसीव करी जांदा पिया, ओ ग्रहण करी जांदा पिया। और पौलुस ने जदों देखिया कहंदा इहदे विच चंगे होण दा विश्वास है, कहंदा इहदी निश्चा चंगे होण वाली है, कहंदा जिद्दां एक चंगाई लैण वाले बंदे दा विश्वास होना चाहिदा, कहंदा ओदा दा विश्वास इहदा हैगा। हालेलुया, हालेलुया, हालेलुया। और लिखिया चंगा होण दी निश्चा हैगी इहदे अंदर। तां लिखिया पौलुस उच्ची दे के बोलिया कि अपने पैरां उत्ते सीधा खड़ा हो जा, कहंदा हैरानी चिन्ह लग गया। शायद तुहाडी बाइबलां 'च भी लगा होवे, मेरे लगा बाइबल दे विच। कहंदा उच्ची आवाज दे के बोलिया कि अपने पैरां ते सीधा खड़ा हो जा। लिखिया तां ओ जिहड़ा जमांदरू लंगड़ा सीगा उछल के
तुरन लग पिया। बोलो हालेलुया हालेलुया। कदों हीलिंग ਉਹਦੀ ਜ਼ਿੰਦਗੀ ਦੇ ਵਿੱਚ ਆ ਗਈ ਜਦੋਂ ਉਹਨੇ ਵਚਨ ਨੂੰ ਧਿਆਨ ਦੇ ਨਾਲ ਸੁਣਿਆ। ਔਰ ਅਸੀਂ ਪੜ੍ਹਦੇ ਕਿੱਦਾਂ ਹੈ, ਅਸੀਂ ਸੁਣਦੇ ਕਿੱਦਾਂ ਹੈ, ਅਸੀਂ ਕਿੰਨਾ ਕੁ ਯਾਦ ਰੱਖਦੇ ਹਾਂ। ਹਾਲੇਲੂਇਆ। ਸਾਡਾ ਬਾਈਬਲ ਦੇ ਨਾਲ ਪਿਆਰ ਕਿੰਨਾ ਕਾ। ਇਹੀ ਸ਼ਬਦ ਆ ਜੋ ਮੈਂ ਬੋਲਦਾ ਪਿਆ, ਇਹੀ ਪੌਲਸ ਨੇ ਬੋਲੇ ਭਈ ਉਹ ਹੈਕਲ ਦੇ ਵਿੱਚ ਜਾਣ ਵਾਲਿਆਂ ਤੋਂ ਭੀਖ ਮੰਗੇ। ਇੱਥੇ ਵੀ ਜਮਾਂਦਰੂ ਲੰਗੜੇ ਬੰਦੇ ਦੀ ਕਹਾਣੀ। ਪਤਰਸ ਤੇ ਯਹੋਨਾ ਕੀ ਕਰਦੇ ਆ? ਤੀਸਰੇ ਪਹਿਰ ਹੈਕਲ ਦੇ ਵਿੱਚ ਦੁਆ ਕਰਨ ਦੇ ਲਈ ਜਾ ਰਹੇ ਆ। ਔਰ ਇੱਥੇ ਇੱਕ ਬੰਦਾ ਜਿਹੜਾ ਜਮਾਂਦਰੂ ਲੰਗੜਾ ਆ, ਫਾਟਕ ਦਾ ਨਾਮ ਸੋਹਣਾ ਆ, ਉਹਦੇ ਕੋਲ ਕਹਿੰਦੇ ਉਹਨੂੰ ਬਿਠਾ ਦਿੰਦੇ ਸੀਗੇ ਕਿ ਜਿਹੜਾ ਵੀ ਚਰਚ ਨੂੰ ਜਾਂਦਾ ਸੀਗਾ ਉਹ ਤੋਂ ਲੰਗੜਾ ਭੀਖ ਮੰਗੇ। ਤੇ ਲਿਖਿਆ ਜਾਂ ਉਹਨੇ ਪਤਰਸ ਅਤੇ ਯਹੋਨਾ ਨੂੰ ਹੈਕਲ ਵਿੱਚ ਜਾਂਦਿਆਂ ਵੇਖਿਆ ਤੇ ਉਹਨਾਂ ਤੋਂ ਭੀਖ ਮੰਗੀ। ਕਿਹਨੇ? ਕਿਹਨੇ? ਸਾਰੇ ਕਲੀਸਿਆ ਦਾ ਧਿਆਨ ਕਿੱਥੇ ਆ? ਮੈਂ ਪੁੱਛਦਾ ਕਿਹਨੇ ਮੰਗੀ? ਹਾਂ, ਗੱਲਾਂ ਕਰੋ ਮੇਰੇ ਨਾਲ, ਨਹੀਂ ਮਾਰਦਾ ਛੱਡ ਕੇ। ਕਿਤੇ ਤੁਹਾਨੂੰ ਇਹ ਨਾ ਲੱਗੇ ਗਲਤ ਬੋਲਦਾ ਤੇ ਮਾਸਟਰ ਨੇ ਆਹੀ ਮਾਰ ਦੇਣਾ, ਇੱਕੋ ਹੀ ਆ ਮਾਸਟਰ। ਕਹਿੰਦੇ ਉਸ ਲੰਗੜੇ ਨੇ ਧਿਆਨ ਦਿੱਤਾ, ਦੇਖਿਆ ਪਤਰਸ ਤੇ ਯਹੋਨਾ ਹੈਕਲ ਵੱਲ ਨੂੰ ਜਾ ਰਹੇ ਆ ਜਾਂ ਆ ਰਹੇ ਆ। ਉਹਨਾਂ ਦੇ ਕੋਲੋਂ ਕੀ ਕੀਤਾ? ਕੀ ਕੀਤਾ? ਭੀਖ ਮੰਗੀ। ਲਿਖਿਆ ਤਦੋਂ ਪਤਰਸ ਨੇ ਯਹੋਨਾ ਦੇ ਨਾਲ ਉਹਨੂੰ ਧਿਆਨ ਨਾਲ ਵੇਖ ਕੇ ਆਖਿਆ। ਇੱਥੇ ਗੱਲ ਗੌਰ ਕਰਨ ਵਾਲੀ ਹੈ। ਪਤਰਸ ਨੇ ਯਹੋਨਾ ਨੂੰ ਆਪਣੇ ਨਾਲ ਇੱਕ ਮਨ ਕੀਤਾ। ਗੱਲ ਗੌਰ ਕਰਨ ਵਾਲੀ ਹੈ। ਮੈਂ ਫਿਰ ਪੜ੍ਹਦਾ, ਧਿਆਨ ਦੇਣਾ। ਇਹ ਵਚਨ ਦੇ ਭੇਦ ਆ, ਇਹ ਖੁੱਲਦੇ ਆ ਏਦਾਂ, ਫਿਰ ਧਿਆਨ ਦੇਣਾ ਪੈਂਦਾ। ਉਹ ਤੁਸੀਂ ਨਾਰਮਲੀ ਪੜ੍ਹਦੇ ਆ, ਪਰ ਮੈਂ ਨਾਰਮਲ ਨਹੀਂ ਪੜ੍ਹਦਾ। ਹਾਲੇਲੂਇਆ। ਇਸੇ ਲਈ ਮੈਂ ਬਾਤ ਰਹੀ ਹਾਂ। ਹਾਲੇਲੂਇਆ। ਸੁਣੋ, ਕਹਿੰਦੇ ਤਦੋਂ ਪਤਰਸ ਨੇ ਯਹੋਨਾ ਦੇ ਨਾਲ ਉਹਨੂੰ ਧਿਆਨ ਨਾਲ ਵੇਖ ਕੇ ਆਖਿਆ ਕਿ ਸਾਡੀ ਵੱਲ ਵੇਖ। ਕਿੰਨੇ ਸਮਝ ਪਾਏ? ਪਤਰਸ ਨੇ ਯਹੋਨਾ ਨੂੰ ਆਪਣੇ ਨਾਲ ਇੱਕ ਮਨ ਕੀਤਾ, ਫਿਰ ਦੋਵਾਂ ਨੇ ਉਸ ਲੰਗੜੇ ਨੂੰ ਕਿਹਾ ਸਾਡੇ ਨਾਲ ਇੱਕ ਮਨ ਹੋ ਜਾ। ਕਿੰਨੇ ਸਮਝ ਪਾਏ? ਐਵੇਂ ਨਹੀਂ ਲੰਗੜੇ ਚੱਲੇ, ਐਵੇਂ ਨਹੀਂ ਚੰਗਿਆਈ ਮਿਲਦੀ। ਕੁਝ ਟਰਮ ਕੰਡੀਸ਼ਨਸ ਹੈਗੀਆਂ, ਉਹਨਾਂ ਨੂੰ ਅਪਲਾਈ ਕਰਨਾ ਪੈਂਦਾ ਆਪਣੀ ਜ਼ਿੰਦਗੀ ਦੇ ਵਿੱਚ। ਹਾਲੇਲੂਇਆ। ਦਰਦਾਂ ਐਵੇਂ ਨਹੀਂ ਛੱਡ ਕੇ ਜਾਂਦੀਆਂ, ਜੋੜਾਂ ਦੇ ਦਰਦ ਐਵੇਂ ਨਹੀਂ ਛੱਡ ਕੇ ਜਾਂਦੀਆਂ। ਕੁਝ ਕਰਨਾ ਪੈਂਦਾ, ਸਮਰਪਿਤ ਕਰਨਾ ਪੈਂਦਾ। ਜੇ ਅਸੀਂ ਬਾਦਰੀ ਹਾਂ ਤੇ ਅਸੀਂ ਬਹੁਤ ਕੁਝ ਛੱਡਿਆ ਹੈ ਜੋ ਦਿਲ ਨੂੰ ਚੰਗਾ ਲੱਗਦਾ ਸੀ, ਅੱਖਾਂ ਨੂੰ ਚੰਗਾ ਲੱਗਦਾ ਸੀ। ਹਾਲੇਲੂਇਆ। ਲਿਖਿਆ ਪਤਰਸ ਨੇ ਯਹੋਨਾ ਦੇ ਨਾਲ ਉਹਨੂੰ ਧਿਆਨ ਨਾਲ ਵੇਖ ਕੇ ਆਖਿਆ। ਤਾਂ ਜੇ ਦੋਵਾਂ ਦਾ ਧਿਆਨ ਅਲੱਗ-ਅਲੱਗ ਹੁੰਦਾ, ਫਿਰ ਜਿੱਦਾਂ ਅੱਜ ਕਈ ਵਾਰ ਸਾਡਾ ਚਰਚ ਦੇ ਵਿੱਚ ਬੈਠਿਆ ਧਿਆਨ ਘਰ ਹੁੰਦਾ ਜਾਂ ਬੱਚਿਆਂ ਵੱਲ ਹੁੰਦਾ, ਤਾਂ ਕੀ ਸਾਨੂੰ ਬਰਕਤ ਮਿਲ ਸਕਦੀ ਹੈ? ਤਾਂ ਜਦੋਂ ਪਾਸਟਰ ਪ੍ਰਚਾਰ ਸੁਣਾ ਰਿਹਾ ਤੇ ਅਸੀਂ ਫੋਨ ਤੇ ਲੱਗੇ ਆ ਜਾਂ ਸਾਈਡ ਤੇ ਕਰਕੇ ਏਦਾਂ ਮੋਬਾਈਲ ਰੱਖਿਆ ਆ ਕਿ ਪਾਦਰੀ ਨੂੰ ਪਤਾ ਨਾ ਲੱਗੇ, ਹਾਂ, ਤੇ ਇਧਰੋਂ ਮੈਸੇਜ ਆ ਰਿਹਾ ਤੇ ਜਾ ਰਿਹਾ ਹੈ, ਤੇ ਸਾਡਾ ਧਿਆਨ ਕਿੱਥੇ ਆ? ਕਿੱਦਾਂ ਬਰਕਤ ਮਿਲ ਜਾਏਗੀ? ਕਿੰਨੇ ਸਮਝ ਪਾ ਰਹੇ ਮੇਰੀ ਗੱਲ? ਕਹਿੰਦੇ ਪਤਰਸ ਨੇ ਯਹੋਨਾ ਦੇ ਨਾਲ ਉਹਨੂੰ ਧਿਆਨ ਨਾਲ ਵੇਖ ਕੇ ਆਖਿਆ। ਤੇ ਸਾਡਾ ਧਿਆਨ ਕਿੱਧਰ ਆ? ਜੇ ਬਾਈਬਲ ਨੂੰ ਧਿਆਨ ਦੇ ਨਾਲ ਦੇਖੋਗੇ ਤੇ ਬਾਈਬਲ ਇੱਕ ਦਿਨ ਤੁਹਾਨੂੰ ਧਿਆਨ ਦੇ ਨਾਲ ਵੇਖੇਗੀ। ਬੋਲੋ ਹਾਲੇਲੂਇਆ ਹਾਲੇਲੂਇਆ। ਕਿੰਨੇ ਸਮਝ ਪਾ ਰਹੇ ਆ? ਅਸੀਂ ਆਪਣਾ ਧਿਆਨ ਜਿਹੜਾ ਆ ਖੁਦਾਵੰਦ ਦੇ ਵੱਲ ਲਗਾਉਣਾ, ਖੁਦਾਵੰਦ ਦੇ ਵਚਨ ਦੇ ਵੱਲ ਲਗਾਉਣਾ, ਖੁਦਾਵੰਦ ਦੀਆਂ ਗੱਲਾਂ ਦੇ ਵੱਲ ਲਗਾਉਣਾ। ਬੋਲੋ ਹਾਲੇਲੂਇਆ ਹਾਲੇਲੂਇਆ। ਕਹਿੰਦਾ ਤਦ ਪਤਰਸ ਨੇ ਯਹੋਨਾ ਦੇ ਨਾਲ ਉਹਨੂੰ ਧਿਆਨ ਨਾਲ ਵੇਖ ਕੇ ਆਖਿਆ ਸਾਡੀ ਵੱਲ ਵੇਖ, ਮਤਲਬ ਸਾਡੇ ਨਾਲ ਇੱਕ ਮਨ ਹੋ। ਫਿਰ ਲਿਖਿਆ ਤਾਂ ਉਹਨੇ ਉਹਨਾਂ ਕੋਲੋਂ ਕੁਝ ਲੱਭਣ ਦੀ ਆਸਾ ਕਰਕੇ ਉਹਨਾਂ ਵੱਲ ਧਿਆਨ ਕੀਤਾ। ਕੀ ਲੱਭਣ ਦੀ ਆਸ ਸੀ? ਕਿ ਉਹਨੂੰ ਕਿ ਮੈਨੂੰ ਕੁਝ ਦੇਣਗੇ, ਮੈਨੂੰ ਕੁਝ, ਕਿਉਂਕਿ ਭੀਖ ਮੰਗੀ ਸੀ। ਔਰ ਉਹਨਾਂ ਨੇ ਕਿਹਾ ਸਾਡੇ ਵੱਲ ਦੇਖ, ਉਹਦੇ ਵੱਲ ਧਿਆਨ ਕਰਕੇ ਉਹਨੂੰ ਆਖਿਆ ਕਿ ਹੁਣ ਸਾਡੇ ਵੱਲ ਵੇਖ। ਕਹਿੰਦੇ ਉਸ ਲੰਗੜੇ ਨੇ ਕੁਝ ਮਿਲਣ ਦੀ ਆਸ ਦੇ ਨਾਲ ਉਹਨਾਂ ਦੇ ਵੱਲ ਧਿਆਨ ਕੀਤਾ। ਉਹਨਾਂ ਦੇ ਨਾਲ ਇੱਕ ਮਨ ਹੋਇਆ ਕਿ ਮੈਨੂੰ ਕੁਝ ਰੁਪਏ ਮਿਲਣਗੇ। ਫਿਰ ਪਤਰਸ ਨੇ ਕੀ ਕਿਹਾ? ਕਹਿੰਦਾ
लिखा पर पतरस ने आख्या सोना चांदी तो मेरे को नहीं है, पर जो मेरे को हैगा सो तेनों दिंदा आ। यीशु मसीह नासरी दे नाम दे नाल तुर फिर। हालेलुया। हैरानी चलना है पौलुस के टाइम ते भी लगा सी और इत्थे भी लगा, क्योंकि काम हैरानी वाले हैं। बाइबल कहता आश्चर्य कामया, आश्चर्य कामया जेड़े इंसान की सोच तो किते परे है, जमांदरू लंगड़ा जेड़ा चलिया ही नहीं कदी, ये आश्चर्य करने वाला काम है जो चलना। बोलो हालेलुया, हालेलुया। कहता यीशु मसीह नासरी दे नाम दे नाल तुर फिर। लिखा था उसने ओदा सज्जा हाथ फड़ के ओनू उठा लिया। सज्जा हाथ समझो जित का प्रतीक है, सज्जा हाथ जित का प्रतीक है। कहते ओदा सज्जा हाथ ओनू फड़ के ओनू उठा लिया ते बाइबल कहता उसे वेले ओदे पैर और गिट्टे तकड़े हो गए और वो खुद के उठ खड़ा होया और तुरन लगा और तुरदा अते छाला मारदा परमेश्वर दी उस्तत करदा होया उना नाल किथे गया। बोलो हालेलुया, हालेलुया। ते असी चंगाई पाके किथे जाने। बाइबल कहता उठिया छाला मारिया कूदिया और खुदा की वडियाई करता किथे गया। ते मुड़ के साडा टाइम नहीं लगता, सानू काम नहीं छड्डदा, सानू साडा मालिक नहीं छड्डदा। याद करो परमेश्वर ने किदा तुहानू चुनिया, किदा तुहानू बचाया, की आश्चर्य काम तुहाडी जिंदगी च कीता। और जिद्दां ही वो चंगा होया उन्हें कदर की खुदा दे उस चमत्कार की, कदर की खुदा दी उस आशीष की। गोडे गिट्टियां ते जान आ गई और बाइबल कहता पतरस ते यूहन्ना दे नाल हैकल दे विच गया। हालेलुया। साडा हैकल दे विच आउणा सिर्फ 2-4 हफ्तियां दा हुंदा, जोश हुंदा ना उदों, मुड़ के हौली हौली ठंडा पै जाता। क्यों? क्योंकि साडा ध्यान कन्वर्ट होना शुरू हो जाता, साडा ध्यान जिहड़ा इधर उधर जाना शुरू हो जाता है। फिर साडा जिहड़ा वो जोश है जो खुदा दे नाल प्यार है वो फीका पैना शुरू हो जाता है। जदों रंग फीका हो जाए तो जिहड़ा मर्जी निशान लगाना ते गुड़े रंग ते निशान लगदा। हालेलुया। कितने समझ पाए? जदों ध्यान किया पतरस ते यूहन्ना ने ओदे वल ध्यान किया, चंगियाई उहदी जिंदगी च। आज अगर तुसीं बीमार हो, दुखी परेशान है, तकलीफां दे विच आ, किसी भी दिक्कत परेशानी दे नाल जूझदे पए आ ते तुहानू ध्यान करन दी जरूरत है। खुदा दे वचन दे वल तुहानू जरूरत है बाइबल नू पढ़ के उहदे उपर गौर करन दी, ते फिर देखना जो चाहिए तुहानू मिलेगा। यीशु मसीह दे नाम च बोलो आमीन। हालेलुया, हालेलुया, हालेलुया। दूसरा राजा दी पुस्तक कईयां दे नवे नियम च होनी है। जेड़े बाइबल तो घट्टा झाड़ के लेके आए उन्होंने नवे नियम च है। दूसरा राजा दा पुस्तक ओदा 5 नंबर अध्याय और ओदा 9 नंबर पंक्ति तो 14 नंबर पंक्ति तक पढ़ना है। जो रब दीयां गल्लां दे वल ध्यान देवांगे फिर की हुंदा मैं दसदा है अगवा। दूसरा राजा दा पुस्तक ओदा 5 नंबर अध्याय और ओदा 9 नंबर पंक्ति तो मैं पढ़दा। एक बंदा सीगा जिहदा नाम नमान सीगा। की सीगा नाम? कलीसिया। की नाम सीगा? नमान। नमान बंदा बड़ा रुतबे वाला सी, बड़ा धन दौलत वाला सीगा, पर की सीगा? कोड़ पिया होया सी। की सीगा? कोड़ पिया होया सी। और दूसरा जिक्र आउंदा है इत्थे अलीशा दा। अलीशा रब दा बंदा प्रॉफिट है, रब दे कोलों आवाज लैके लोगों को दसदा, चाहे वो चंगी होवे ते चाहे उन्हां दी माड़ी होवे। हालेलुया। और की होया नमान नूं जदों पता लगा, किसी ने दसिया, स्टोरी बड़ी वधिया है, अगर तुसीं इहनूं पढ़ोगे तुहानूं पता लगेगा। नमान जिहड़ा अलीशा है उहदे देश दे विचों एक लड़की नूं किडनैप करके ले जाते, मतलब असीरी दे विच ले जाते, गुलाम बना के ले जाते हैं। और नमान के घर दे विच ओहदी वाइफ दी सेवा करदी।
फिर जो देखती है उत्थे खुदा का काम करने का तरीका देखो और घर आती है तो फिर इनू देखती नमान नूं फिर अपनी मालकन नूं आखदी दी वाइफ नूं आखदी कहंदी जे साडे उत्थे देश च हुंदा उत्थे रब दा एक नबी आ तां इन्हें चंगा हो जाना सीगा मालक मतलब ओहदे गवाही भर दी और गवाही भर दी तो जो वाइफ ने उन्होंने कहा तो फिर नमान फिर तैयार होया जान दे लई अलीशा दे कोल क्योंकि रुतबे वाला बंदा पैसा धन दौलत की कमी थोड़ी है तो उन्होंने सीगा कुछ अपने मन दे विच विचार करता सी रिस्पेक्ट भालदा सीगा हालेलुया रब दा बंदा जिहड़ा सच्चा आ सही आ वो रब दी आवाज दे द्वारा ही काम करदा अपनी मर्जी दे नाल नहीं करदा जोश दे विच आके नहीं करदा और कई बार कई लोग मेरे को आते हैं प्रार्थना करवाते नहीं मैनू आत्मा गवाही नहीं करता कि उन्होंने उपर हाथ रख के दुआ कर तो फिर मैंने लगता कि अपने मन च विचार करते हैं कि पादरी साहब ने साढ़े ते हाथ रख के दुआ नहीं की पर मैं तुहानू दसना चाहता जब आत्मा गवाही नहीं करता मेरे हाथ रखने नाल कुछ नहीं होना पता नहीं टीम वाले ने नोट किया कि नहीं इस गल तो मैं अज दसदा है जदों तक मैनू आत्मा स्पिरिट मेरा गवाही ना करे किसी के हाथ रख के दुआ करन मैं नहीं करता क्योंकि बाइबल कहता छेती किसी के हाथ ना रख कहता मत ਉਹਦੇ पाप का तो भागी ना हो जाता हालेलुया हालेलुया नमान जो अलीशा दे कोल आया मैं पढ़दा तुसीं सुनो बड़े ध्यान दे नाल कहंदे सो नमान अपने घोड़ियां ते अपने रथां सने आया अते अलीशा दे घर दे बूहे कोल खलो गया और अलीशा ने एक हलकारे नूं ए आख के अपने अलीशा नबी ने अपने हेल्पर नूं ए आख के कहंदा ओदे कोल घल्लिया नमान दे कोल कि जा ते यरदन विच 7 चुबियां मार तां तेरा शरीर तिवें ही हो जावेगा ते तू शुद्ध हो जाऊगा मतलब वो एडी दूरों पैंडा करके आया नमान कोड़ी और अलीशा के घर के अगे पहुंच गया और अलीशा नूं ये हुक्म ही नहीं होया रब वालों कि वो बाहर निकले उन्होंने मिले और अंदरों ही वो अपने टैलूए नूं आखदा कहता नमान आया इनू कह टैलूए नूं कहंदा भी इनू कह भी यरदन दे विच 7 चुबियां मार दे तू शुद्ध हो जाऊगा तू की हो जाऊगा शुद्ध हो जाऊगा ते नमान ने मुंह फुला लिया गल्लां उन्होंने दस दित्तियां पर गल्लां दे वल ध्यान दिता नहीं मैं ध्यान की गल करता ना मैं उसी टॉपिक पे आना बाहर नहीं रहता अंदर ही होना अलीशा ने रब दे बंदे ने उन्होंने गल्लां दस दित्तियां उन्हें तक पहुंच गया पर उहदियां गल्लां दे वल नमान ने ध्यान नहीं दिता और वापस अपने शहर या देश दे विच चला जा रहा सुनो बड़े ध्यान दे नाल मैं दसदा लिखिया पर नमान क्रोधी होके चलिया गया और कहने लगा वेख मैं तो कहता सोचता सीगा उसी टैलूए नूं आखदा भई वो बाहर आके खलो जाऊगा और अपने परमेश्वर यहोवा का नाम लैके उस थां उत्ते अपना हाथ फेरूगा अते कोड़ी नूं चंगा करूगा नमान कहता मैं इदां सोचिया सी इदां मैं इमेजिन कीता सी जदों मैं घरों तुरिया सी पर कहता इदां तो कुछ नहीं है ये भी गल्लां नॉर्मल वे दे नाल नहीं कहता क्रोधित होके गुस्से दे विच आके कहता कहता मैनू ऐसा सीगा कि वो रब का बंदा उठूगा यहोवा परमेश्वर का नाम लैके जिथे मेरे कोड़ या बॉडी च हाथ रखूगा हाथ लगाऊगा तो वो कोड़ नूं शुद्ध कर दूंगा पर कहता है तो कुछ भी नहीं होया वो बाहर ही नहीं निकलिया फिर अपने देश नूं वापस जांदा लिखिया फिर अगे फिर गुस्से च बोलदा कहता कि दमिश्क दी नदियां अबाना दे फर इजराइल दी सारियां नदियां तो चंगियां नहीं है भला मैं उन्हां विच नहा के शुद्ध ना हो सकदा सा सो वो मुड़िया ते गुस्से नाल चलिया गया वापस चला गया क्योंकि गल दे वल ध्यान दिता गल दे वल ध्यान दिता वो वचन दे वल ध्यान दिता नहीं और अपनी बीमारी से वापस आ गए कई इस तरह के लोग हैं कि वचन वल ध्यान नहीं देते और इतने चर्च आते और इतने चले जाते इतने ही आते हैं उदे ही चले जाते हैं पर परमेश्वर उदा भी जिना नहीं है वो चंगा करके भेजदा बोलो हालेलुया हालेलुया लिखिया वो इतना ही कोर्ट दे विच वापस चला गया और की होया लिखिया तद ओदे नौकर ने नेड़े जिहड़े नेड़े सीगे नौकर चाकर नेड़े आए ते ओनू ये आख्या हे साडे पिता क्योंकि रुतबे वाला बंदा सीगा ना नमान ओदा नौकर ओदे कोल आया नमान दा नौकर नमान दे कोल आके कहंदा हे साडे पिता जे नबी तुहानू कोई वड्डा काम करन दी आग्या दिंदा तां की तुसीं ना करदे कहंदा जद उसने तुहानू आख्या आ भई नहा लै ते शुद्ध हो जा ते किन्ना वधी के करना चाहिदा आ कहंदा
ਤੇ ਲਿਖਿਆ ਤਦ ਪਰਮੇਸ਼ਵਰ ਦੇ ਜਨ ਦੇ ਆਖੇ ਅਨੁਸਾਰ, मतलब ਹੁਣ ਧਿਆਨ ਦਿੱਤਾ ਗੱਲ ਵੱਲ। ਲਿਖਿਆ ਤਦ ਪਰਮੇਸ਼ਵਰ ਦੇ ਜਨ ਦੇ ਆਖੇ ਅਨੁਸਾਰ ਉਹਨੇ ਯਰਦਨ ਵਿੱਚ ਉਤਰ ਕੇ 7 ਚੁੱਭੀਆਂ ਮਾਰੀਆਂ ਤੇ ਫਿਰ ਉਹਦੀ ਦੇਹ ਨਿੱਕੇ ਬਾਲਕ ਦੀ ਦੇਹ ਵਰਗੀ ਸਾਫ਼ ਹੋ ਗਈ ਔਰ ਉਹ ਸ਼ੁੱਧ ਹੋ ਗਿਆ। ਬੋਲੋ ਹਾਲੇਲੂਇਆ, ਹਾਲੇਲੂਇਆ। ਜਦੋਂ ਧਿਆਨ ਦੇ ਦਿੱਤਾ ਵਚਨ ਦੇ ਵੱਲ, ਜਦੋਂ ਧਿਆਨ ਦੇ ਦਿੱਤਾ ਰੱਬ ਦੀਆਂ ਗੱਲਾਂ ਦੇ ਵੱਲ, ਜਦੋਂ ਰੱਬ ਦੀ ਆਵਾਜ਼ ਨੂੰ ਧਿਆਨ ਦੇ ਨਾਲ ਸੁਣ ਲਿਆ, ਜਦੋਂ ਇਗਨੋਰ ਕੀਤਾ ਤੇ ਰੱਬ ਨੇ ਵੀ ਇਗਨੋਰ ਕੀਤਾ। ਕਿੰਨੇ ਸਮਝ ਪਾ ਰਹੇ? ਨਮਾਜ਼ ਨੇ ਰੱਬ ਦੀਆਂ ਗੱਲਾਂ ਨੂੰ ਇਗਨੋਰ ਕੀਤਾ, ਰੱਬ ਨੇ ਵੀ ਇਗਨੋਰ ਕਰ ਦਿੱਤਾ। ਪਰ ਜਦੋਂ ਉਹਨੇ ਗੱਲਾਂ ਦੇ ਵੱਲ ਧਿਆਨ ਦਿੱਤਾ ਤੇ ਫਿਰ ਰੱਬ ਨੇ ਵੀ ਉਹਦੇ ਵੱਲ ਧਿਆਨ ਦਿੱਤਾ। ਬੋਲੋ ਹਾਲੇਲੂਇਆ, ਹਾਲੇਲੂਇਆ। ਔਰ ਅੱਜ ਸਾਡਾ ਫੋਕਸ ਕਿੱਥੇ ਹੈ? ਅੱਜ ਸਾਡਾ ਧਿਆਨ ਕਿੱਥੇ ਹੈ? ਇਸੇ ਲਈ ਅਸੀਂ ਵੱਧ ਨਹੀਂ ਰਹੇ, ਇਸੇ ਲਈ ਅਸੀਂ ਤਰੱਕੀ ਨਹੀਂ ਕਰ ਰਹੇ, ਇਸੇ ਲਈ ਅਸੀਂ ਬਾਰ-ਬਾਰ ਡਿੱਗਦੇ ਖੜਦੇ, ਡਿੱਗਦੇ ਖੜਦੇ, ਡਿੱਗਦੇ ਖੜਦੇ। ਉਹਦਾ ਮੇਨ ਰੀਜ਼ਨ ਇਹ ਆ ਕਿ ਵਚਨ ਵੱਲ ਸਾਡਾ ਧਿਆਨ ਨਹੀਂ। ਬਾਈਬਲ ਕਹਿੰਦਾ ਚੰਗਾਈਆਂ ਹੋਣੀਆਂ ਚਲੇ ਜਾਣੀਆਂ, ਭਵਿੱਖਬਾਣੀਆਂ ਹੋਣੀਆਂ ਜਾਂਦੀਆਂ ਰਹਿਣੀਆਂ, ਪਰ ਖੁਦਾ ਦਾ ਵਚਨ ਸਦਾ ਅਟਲ। ਕਹਿੰਦੇ ਛੱਤ ਦਾ ਘਾਹ ਮੁਰਝਾ ਜਾਂਦਾ, ਫੁੱਲ ਸੁੱਕ ਜਾਂਦਾ, ਪਰ ਉਹਦਾ ਵਚਨ ਸਦਾ ਹੀ ਤਾਜ਼ਾ ਰਹਿੰਦਾ। ਬੋਲੋ ਹਾਲੇਲੂਇਆ, ਹਾਲੇਲੂਇਆ। ਕਿੰਨੇ ਸਮਝ ਪਾ ਰਹੇ ਆ ਗੱਲ? ਸਮਝ ਆਇਆ? ਬਾਈਬਲ ਇੱਕ ਕ੍ਰਿਸਚਨ ਬੰਦੇ ਦੀ ਜ਼ਿੰਦਗੀ ਦੇ ਵਿੱਚ ਬਾਈਬਲ ਦਾ ਹੋਣਾ ਬਹੁਤ ਜ਼ਰੂਰੀ ਹੈ। ਜਿੰਨਾ ਜ਼ਰੂਰੀ ਆ ਆਪਾਂ ਮੋਬਾਈਲ ਨੂੰ ਸਮਝਦੇ ਜੇਬ ਦੇ ਵਿੱਚ ਹੋਣਾ, ਔਰ ਮੈਂ ਚਾਹੁੰਦਾ ਕਿ ਬਾਈਬਲ ਦਾ ਦਿਲ ਦੇ ਵਿੱਚ ਹੋਣਾ ਉਸ ਤੋਂ ਵੱਧ ਕੇ ਜ਼ਰੂਰੀ ਆ। ਬੋਲੋ ਹਾਲੇਲੂਇਆ, ਹਾਲੇਲੂਇਆ। ਮੈਂ ਫਿਰ ਦੱਸਦਾ ਹਾਂ ਕਿ ਜਦੋਂ ਖੁਦਾ ਨੇ ਮੈਨੂੰ ਚੁਣਿਆ, ਮੈਨੂੰ ਆਪਣੇ ਨਜ਼ਦੀਕ ਲੈ ਕੇ ਆਇਆ, ਔਰ ਮੇਰੇ ਕੋਲੋਂ ਬਾਈਬਲ ਬੜਾ ਪੜਾਇਆ ਖੁਦਾ ਨੇ। ਵੱਡੇ ਭਾਜੀ ਤੋਂ ਵੀ ਬਹੁਤ ਪੜਾਇਆ। ਇਹਨਾਂ ਦੀ ਬਾਈਬਲ ਦੇ ਗ੍ਰੰਥ ਆ, ਉਹ ਦੇਖੋ, ਦੇਖਦਾ, ਦੇਖੋ ਕਿੰਨਾ ਪੁਰਾਣਾ। ਇਸ ਬਾਈਬਲ ਨੂੰ ਮੇਰੇ ਮੰਮਾ ਨੇ ਪੜ੍ਹਿਆ, ਫਿਰ ਇਸ ਬਾਈਬਲ ਨੂੰ ਮੇਰੇ ਦੀਦੀ ਨੇ ਪੜ੍ਹਿਆ, ਫਿਰ ਇਸ ਬਾਈਬਲ ਨੂੰ ਮੈਂ ਪੜ੍ਹਿਆ, ਔਰ ਫਿਰ ਅੱਜ ਹੁਣੇ ਵੱਡੇ ਭਾਜੀ ਕੋਲ, ਔਰ ਇਹ ਵੀ ਪੜ੍ਹ ਚੁੱਕੇ ਆ। ਹਾਲੇਲੂਇਆ, ਹਾਲੇਲੂਇਆ। ਸਾਡੇ ਘਰ ਦਾ ਇਹ ਸਭ ਤੋਂ ਪੁਰਾਣਾ ਗ੍ਰੰਥ ਹੈ, ਸਾਂਭ ਕੇ ਰੱਖਿਆ ਤਾਂ ਅੱਗਾ ਪਿੱਛਾ ਉੱਡਿਆ ਹੋਇਆ ਹੈ। ਪ੍ਰਕਾਸ਼ ਦੀ ਪੋਥੀ ਵੀ ਇਦਾਂ ਹੀ ਆ, ਔਰ ਉਤਪਤ ਦੇ ਵੀ 4-5 ਅਧਿਆਏ ਹੈ ਨਹੀਂ। ਹਾਲੇਲੂਇਆ, ਹਾਲੇਲੂਇਆ। ਕਿੰਨੇ ਸਮਝ ਪਾ ਰਹੇ ਆ? ਜਿਹਦਾ ਬਾਈਬਲ ਨਵਾਂ ਹੈ ਨਾ, ਉਹਦਾ ਜੀਵਨ ਠੀਕ ਨਹੀਂ ਹੈ। ਮੇਰੀ ਗੱਲ ਯਾਦ ਰੱਖਣਾ, ਜਿਹਦਾ ਬਾਈਬਲ ਨਵਾਂ ਨਾ, ਜਿਹਦੇ ਪੇਜ ਵੀ ਹਲੇ ਚਿਪਕੇ ਪਏ ਆ, ਮੈਨੂੰ ਸਮਝ ਆਉਂਦੀ ਹੈ ਸਾਰੀ, ਇਹ ਬੜੀ ਘੱਟ ਜਾਂਦੀ ਹੈ। ਮੇਰਾ ਬਾਈਬਲ ਵੀ ਉੱਧੜ ਗਿਆ ਹੈ, ਇਹਦੇ ਪੇਜ ਨਿਕਲਣ ਲੱਗ ਗਏ। ਜਦੋਂ ਇੰਨਾ ਜ਼ਿਆਦਾ ਪੰਗੇ ਲੈਣੇ ਆ ਨਾ ਤਾਂ ਫਿਰ ਨੁਕਸਾਨ ਹੁੰਦਾ ਹੀ ਹੈ। ਪੰਗੇ ਲੈਣ ਦਾ ਮਤਲਬ ਸਮੇਂ ਬਤਾਉਣਾ, ਖਾ ਜਾਣਾ। ਯਿਰਮੀਆ ਕਹਿੰਦਾ ਪ੍ਰਭੂ ਤੇਰੇ ਬਚਨ ਮੈਨੂੰ ਲੱਭੇ ਤੇ ਮੈਂ ਉਹਨਾਂ ਨੂੰ ਖਾ ਗਿਆ। ਉਹ ਮੇਰੇ ਦਿਲ ਨੂੰ ਸਕੂਨ ਦਿੰਦੇ ਆ। ਬੰਦਾ ਫਿਰ ਗੁੰਮਰਾਹ ਨਹੀਂ ਹੋ ਸਕਦਾ ਜਿਹਦੇ ਅੰਦਰ ਬਚਨ, ਜਿਹਨੇ ਲੈ ਲਿਆ, ਜਿਹਨੇ ਗ੍ਰਹਿਣ ਕਰ ਲਿਆ ਬਚਨ, ਜਿਹੜਾ ਉੱਤੋਂ ਪੜ੍ਹਦਾ ਹੈ, ਉਹਨਾਂ ਦੇ ਪੇਜ ਚਿਪਕੇ ਪਏ ਆ। ਜਿਨ੍ਹਾਂ ਦੀਆਂ ਬਾਈਬਲਾਂ ਪੁਰਾਣੀਆਂ, ਉਹਨਾਂ ਦੀਆਂ ਜ਼ਿੰਦਗੀਆਂ ਬੜੀਆਂ ਚੰਗੀਆਂ ਆ। ਬੋਲੋ ਹਾਲੇਲੂਇਆ, 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 ਹਾਲੇਲੂਇਆ। ਇਹਨੇ ਸਮਝ ਪਾ ਰਹੇ? ਬਸ ਆਪਣਾ ਧਿਆਨ ਜਿਹੜਾ ਖੁਦਾਵੰਦ ਦੇ ਵੱਲ ਲਗਾ ਕੇ ਰੱਖਣਾ। ਸ਼ੈਤਾਨ ਸਾਡਾ ਧਿਆਨ ਹਟਾਉਣ ਦੀ ਕੋਸ਼ਿਸ਼ ਕਰਦਾ। ਕਈ ਵਾਰ ਤੁਸੀਂ ਦੇਖਿਆ ਹੋਊਗਾ, ਸ਼ੈਤਾਨ ਨੂੰ ਤਾਂ ਪਤਾ ਨਹੀਂ ਤੁਸੀਂ ਦੇਖਿਆ ਕਿ ਨਹੀਂ ਦੇਖਿਆ, ਜਦੋਂ ਤੁਸੀਂ ਦੁਆ ਕਰੋਗੇ ਨਾ, ਜਦੋਂ ਤੁਸੀਂ ਥੈਂਕਸ ਗਿਵਿੰਗ ਦਿੰਦੇ ਆਪਣੀ ਪ੍ਰੇਅਰ ਦੇ ਵਿੱਚ, ਕਈ ਵਾਰ ਤੁਹਾਡਾ ਧਿਆਨ ਚਲਾ ਜਾਂਦਾ ਕਿਤੇ ਹੋਰ। ਕਈਆਂ ਦੇ ਨਾਲ ਇਦਾਂ ਹੁੰਦਾ ਹੋਊਗਾ। ਕਿਉਂ? ਕਿਉਂਕਿ ਉਦੋਂ ਸਾਡਾ ਧਿਆਨ ਜਿਹੜਾ ਆ ਦੁਆ ਦੇ ਵੱਲ ਨਹੀਂ ਆ। ਜਿਹੜੇ ਮੂੰਹ 'ਚ ਦੁਆ ਕਰਦੇ ਉਹਨਾਂ ਦੇ ਨਾਲ ਬਹੁਤਾ ਹੀ ਇਦਾਂ ਹੁੰਦਾ ਹੈ। ਤਾਂ ਜਿਹੜੇ ਉੱਚੀ ਬੋਲ ਕੇ ਦੁਆ ਕਰਦੇ ਉਹਨਾਂ ਨੂੰ ਪਤਾ ਹੁੰਦਾ ਇਸ ਤੋਂ ਬਾਅਦ ਮੈਂ ਆਹ ਸ਼ਬਦ ਬੋਲਣਾ, ਇਸ ਤੋਂ ਬਾਅਦ ਆਹ ਬੋਲਣਾ, ਉਹਨਾਂ ਦਾ ਧਿਆਨ ਘੱਟ ਖਰਾਬ ਹੁੰਦਾ ਹੈ। ਜਿਹੜੇ ਮੂੰਹ ਦੇ ਵਿੱਚ ਦੁਆ ਕਰਦੇ ਆ ਸਾਇਲੈਂਟਲੀ, ਉਹਨਾਂ ਦੇ ਨਾਲ ਜ਼ਿਆਦਾ ਹੁੰਦਾ। ਸੁਸਤੀ ਵੀ ਉਹਨਾਂ ਦੇ ਉੱਪਰ ਹੀ ਪੈਂਦੀ ਹੈ। ਇਹ ਸਭ ਸ਼ੈਤਾਨੀ ਕੰਮ ਹੈ। ਤੁਸੀਂ ਦੇਖਿਆ ਹੋਵੇਗਾ, ਦੁਆ ਕਰਦੇ ਕਰਦੇ ਤੁਸੀਂ ਕਿਤੇ ਪਹੁੰਚ ਜਾਂਦੇ ਆ, ਫਿਰ ਥੋੜਾ ਹੋਸ਼ ਆਉਂਦਾ, ਉਹ ਮੈਂ ਤਾਂ ਦੁਆ ਕਰਦਾ ਸੀ। ਕਈਆਂ ਦੁਆ ਕਰਦੇ ਕਰਦੇ ਕੰਮ ਵੀ ਚੇਤੇ ਆ ਜਾਂਦੇ, ਮਾਫ ਕਰਨਾ, ਬਾਰਿਸ਼ ਆ गई है, बच्चों कपड़े ला। ऐसा शैतान साडा ध्यान खराब करता। हो सकता कि उसी समय खुदा ने गल करनी हो, उसी समय खुदा ने तुहानू बरकत देनी हो,
जिस समय शैतान ध्यान खराब करता है। मेरी उम्मीद है कि अज का वचन सुनने तो बाद तुहाडा ध्यान जिहड़ा है डाइवर्ट नहीं होएगा, किते होर नहीं जाएगा। अगर तुसीं खुदा दी हज़ूरी च ते खुदा दी हज़ूरी च ही रहोगे। हालेलुया। और बरकत तो पाओगे, बोलो हालेलुया हालेलुया। मैं परमेश्वर दा दास होने दे नाते खुदाबंद यीशु मसीह दे जिंदा नाम च तुहाडीआं जिंदगियां नूं वड्डी आशीष दे नाल भर दिंदा हां। बोलो आमीन हालेलुया। आइए अपनी अखां नूं बंद करिए।